ਤੁਸੀਂ ਨੈਸ਼ਨਲਿਜ਼ਮ ਨੂੰ, ਕੌਮੀਅਤ ਨੂੰ ਕਿਸ ਨੁਕਤੇ ਨਜ਼ਰ ਨਾਲ ਦੇਖਦੇ ਹੋ? ਸਾਡੇ ਖਿੱਤੇ ਦੇ ਵਿੱਚ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਹੈ, ਗਲਤਫਹਿਮੀ ਹੈ ਕਿ ਕੌਮੀਅਤ ਮਜ਼ਹਬ ਦੇ ਨਾਲ ਦੀ ਸ਼ਨਾਖਤ ਦੇ ਨਾਲ ਜੁੜੀ ਹੋਈ। ਬਿਲਕੁਲ ਇਹ ਗਲਤ ਕਨਸੈਪਟ ਹੈ ਔਰ ਇਸ ਤਰ੍ਹਾਂ ਦੀ ਹਕੀਕਤ ਕੋਈ ਨਹੀਂ। ਦਰ ਹਕੀਕਤ ਨੇਸ਼ਨ ਜ਼ਬਾਨ ਦੇ ਨਾਲ, ਕਾਮਨ ਟੈਰੀਟਰੀ ਦੇ ਨਾਲ, ਇਲਾਕੇ ਦੇ ਨਾਲ, ਕਾਮਨ ਇਕਨੋਮਿਕ ਫਾਊਂਡੇਸ਼ਨ ਦੇ ਨਾਲ ਤੇ ਕਲਚਰ ਨਾਲ ਜੁੜੀ ਹੋਈ ਇੱਕ ਸ਼ੈ ਹੈ। ਉਹਦਾ ਤਰਜਮਾ ਜਦੋਂ ਅਸੀਂ ਕਰਨੇ ਆਪਣੀ ਜ਼ਬਾਨ ਵਿੱਚ ਤੇ ਅਸੀਂ ਉਹਨੂੰ ਕੌਮ ਦਾ ਲਫ਼ਜ਼ ਦੇ ਦਿੰਦੇ। ਮਗਰ ਗੌਰ ਕਰੋ ਕਿ ਕੌਮ ਦਾ ਲਫ਼ਜ਼ ਅਸੀਂ ਜ਼ਾਤ ਵਾਸਤੇ ਵੀ ਇਸਤੇਮਾਲ ਕਰਦੇ ਹਾਂ। ਇਸ ਲਈ ਦਰ ਹਕੀਕਤ ਸਾਡੇ ਕੋਲ ਉਹ ਟਰਮ ਹੀ ਨਹੀਂ ਹੈਗੀ ਜਿਹੜੀ ਯੂਰਪ ਦੇ ਵਿੱਚ ਇਜਾਦ ਹੋਈ ਕਿ ਬਣੀ ਨੇਸ਼ਨ ਦੀ ਟਰਮ, ਉਹ ਅਸੀਂ ਇਸਤੇਮਾਲ ਹੀ ਨਹੀਂ ਕਰਦੇ ਰਹੇ। ਹੁਣ ਅਸੀਂ ਜਾ ਕੇ ਕੌਮ ਦੀ ਟਰਮ ਨੂੰ ਇਸ ਮਕਸਦ ਲਈ ਇਸਤੇਮਾਲ ਕਰ ਰਹੇ। ਤੇ ਸਭ ਤੋਂ ਪਹਿਲੀ ਗੱਲ ਤੇ ਸਾਡੇ ਜ਼ਿਹਨ 'ਚ ਇਹ ਗੱਲ ਕਲੀਅਰ ਹੋਣੀ ਚਾਹੀਦੀ ਕਿ ਜੇ ਮੈਂ ਪੰਜਾਬੀ 'ਚ ਗੱਲ ਕਰਨਾ, ਜੇ ਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਇਹਦਾ ਮਤਲਬ ਹੈ ਮੇਰੀ ਕੌਮ ਪੰਜਾਬੀ ਹੈ, ਮੇਰੀ ਕੌਮ ਮੁਸਲਮਾਨ ਨਹੀਂ ਹੈ। ਮੋਰੋਕੋ ਤੋਂ ਜਿਹੜਾ ਬੰਦਾ ਹੈ ਮੁਸਲਮਾਨ ਹੈ, ਉਹਦੀ ਕੌਮ ਮਰਾਕਸ਼ ਦੀ ਕੌਮ ਹੈ। ਜਿਹੜੀ ਬੰਗਾਲ ਤੋਂ ਮੁਸਲਮਾਨ ਹੈ, ਉਹਦੀ ਕੌਮ ਜਿਹੜੀ ਹੈ ਉਹ ਬੰਗਾਲੀ ਹੈਗੀ। ਸਿੱਧੀ ਸੀ ਗੱਲ ਹੈ। ਟੂ ਨੇਸ਼ਨ ਦੀ ਥਿਊਰੀ ਦੀ ਵਜ੍ਹਾ ਤੋਂ, ਉਹ ਜਿਹਨੂੰ ਅਸੀਂ ਨਜ਼ਰੀਆ ਪਾਕਿਸਤਾਨ ਬਣਾ ਲਿਆ ਹੈ, ਉਹਦੀ ਵਜ੍ਹਾ ਤੋਂ ਇਹ ਬਹੁਤ ਜ਼ਿਆਦਾ ਕਨਫਿਊਜ਼ਨ ਪੈਦਾ ਹੋਈ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਹਾਡੀ ਗੱਲ ਕਰ ਰਹੇ ਹੋ ਤੁਸੀਂ ਕਿ ਸਾਡੇ ਦੋ ਮਿਸਕਨਸੈਪਸ਼ਨਸ ਹੈ। ਅਸੀਂ ਮਜ਼ਹਬ ਦੀ ਬੁਨਿਆਦ ਦੇ ਉੱਤੇ ਕੌਮੀਅਤ ਨੂੰ ਰੱਖਦੇ ਹਾਂ ਤੇ ਸਾਡੇ ਅਲਾਮਾ ਇਕਬਾਲ ਨੇ ਵੀ ਇਹਦੇ 'ਤੇ ਗੱਲ ਕੀਤੀ ਕਿ ਖਾਸ ਤੌਰ 'ਤੇ ਸਾਡੀਆਂ ਮਜ਼ਹਬੀ ਜਮਾਤਾਂ ਦੇ ਵਿੱਚੋਂ ਦਿਓਬੰਦ ਹੈ, ਇਹਦੇ ਉੱਤੇ ਬੜਾ ਸਟਾਂਸ ਸੀਗਾ ਕਿ ਪਹਿਲੇ ਅਸੀਂ ਹਿੰਦੁਸਤਾਨੀ ਹਾਂ ਤੇ ਬਾਅਦ 'ਚ ਅਸੀਂ ਮੁਸਲਮਾਨ ਹਾਂ। ਕਿਆ ਤੁਸੀਂ ਇਹ ਸਮਝਦੇ ਹੋ ਕਿ ਇਸ ਦੇ ਨਾਲ ਜਿਹੜੀ ਜਦੋਂ ਪਾਰਟੀਸ਼ਨ ਹੁੰਦੀ ਹੈ, ਯਾਨੀ ਕਿ ਕੌਮਾਂ ਤਕਸੀਮ ਹੋ ਜਾਂਦੀਆਂ ਨੇ, ਸਾਡੇ ਪਾਕਿਸਤਾਨ 'ਚ ਕਿਹਾ ਜਾਂਦਾ ਪਿਆ ਕਿ ਅਸੀਂ ਪਹਿਲੇ ਪਾਕਿਸਤਾਨੀ ਹਾਂ, ਪਹਿਲੇ ਅਸੀਂ ਮੁਸਲਮਾਨ ਹਾਂ, ਫਿਰ ਅਸੀਂ ਪਾਕਿਸਤਾਨੀ, ਫਿਰ ਅਸੀਂ ਪੰਜਾਬੀ। ਤੇ ਤੁਸੀਂ ਕੀ ਸਮਝਦੇ ਹੋ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਇਹਦੇ ਨਾਲ ਤਬਕਾਤ ਪੈਦਾ ਹੁੰਦੇ ਆ, ਇਹਦੇ ਨਾਲ ਮਜ਼ੀਦ ਡਿਫਰੈਂਸੀਏਸ਼ਨ बढ़ नहीं ਜਾਂਦਾ? ਵੇਖੋ, ਪਾਕਿਸਤਾਨ ਇੱਕ ਰਿਆਸਤ ਦਾ ਨਾਂ ਹੈ, ਇੱਕ ਕੌਮ ਦਾ ਨਾਂ ਨਹੀਂ। ਔਰ ਪਾਕਿਸਤਾਨ ਦੀ ਰਿਆਸਤ ਇੱਕ ਕਸੀਰੁਲ ਕੌਮੀ ਰਿਆਸਤ ਹੈ। ਇਹਦੇ 'ਚ ਕਈ ਕੌਮਾਂ ਹੈਗੀਆਂ ਤੇ ਦੋ ਮੁਖਤਲਿਫ ਸ਼ੈਵਾਂ ਨੂੰ ਜਦੋਂ ਤੁਸੀਂ ਆਪਸ ਵਿੱਚ ਕੰਪੇਅਰ ਕਰੋਗੇ ਜਾਂ ਇਕੁਏਟ ਕਰੋਗੇ ਜਾਂ ਬਰਾਬਰ ਕਰਨ ਦੀ ਕੋਸ਼ਿਸ਼ ਕਰੋਗੇ, ਜਿਹੜੀ ਸ਼ੈ ਹੀ ਮੁਖਤਲਿਫ ਹੈਗੀ ਹੈ ਤੇ ਤੁਸੀਂ ਕਨਫਿਊਜ਼ਨ ਹੀ ਆਪਣੇ ਜ਼ਿਹਨ 'ਚ ਪੈਦਾ ਕਰੋ। ਤੁਹਾਡੀ ਕੌਮ ਪਾਕਿਸਤਾਨੀ ਨਹੀਂ ਹੈਗੀ, ਤੁਹਾਡਾ ਮੁਲਕ ਪਾਕਿਸਤਾਨ ਹੈ, ਰਿਆਸਤ ਪਾਕਿਸਤਾਨ ਹੈ। ਇਹ ਤੁਹਾਡੀ ਇੱਕ ਮੁਖਤਲਿਫ ਸ਼ਨਾਖਤ ਹੈਗੀ, ਠੀਕ ਹੈ। ਔਰ ਤੁਹਾਡੀ ਕੌਮ ਹੋ ਸਕਦਾ ਸਿੰਧੀ ਹੋਏ, ਪੰਜਾਬੀ ਹੋਏ, ਬਲੋਚ ਤੁਸੀਂ ਹੋਵੋ, ਜਾਂ ਹੋ ਸਕਦਾ ਤੁਸੀਂ ਪਖਤੂਨ ਹੋਵੋ, ਉਹ ਤੁਹਾਡੀ ਕੌਮ ਹੈ। ਔਰ ਤੇ ਪਹਿਲੀ ਤੇ ਗੱਲ ਮੇਰਾ ਖਿਆਲ ਹੈ ਜ਼ਿਹਨ 'ਚ ਇਹ ਗੱਲ ਕਲੀਅਰ ਹੋਣੀ, ਜਿੱਥੋਂ ਤੱਕ ਮਜ਼ਹਬ ਦਾ ਤਾਲੁਕ ਹੈ ਉਹ ਤੁਹਾਡਾ ਫਿਰ ਮਜ਼ਹਬ, ਉਹ ਵੀ ਮੁਖਤਲਿਫ ਸ਼ੈ ਹੈਗੀ। ਉਹ ਨਾ ਤੇ ਕੌਮ ਹੈਗੀ ਤੁਹਾਡੀ, ਨਾ ਉਹ ਕੋਈ ਵੀ ਬੰਦਾ। ਦੇਖੋ ਨਾ ਜੀ, ਅਗਰ ਅਮਰੀਕਾ 'ਚ ਮੈਂ ਇੱਕ ਗੋਰਾ ਮਰਦ ਹੁੰਦਾ ਔਰ ਮੈਨੂੰ ਕਿਸੇ ਵੇਲੇ ਮੈਂ ਕੁਰਾਨ ਮਜੀਦ ਨੂੰ ਪੜ੍ਹ ਲੈਂਦਾ ਔਰ ਮੇਰੇ ਜ਼ਿਹਨ 'ਚ ਗੱਲ ਆਉਂਦੀ ਕਿ ਮੈਂ ਵੀ ਮੁਸਲਮਾਨ ਹੋਣਾ ਚਾਹੁੰਦਾ ਔਰ ਮੈਂ ਇਸਲਾਮ ਕਬੂਲ ਕਰ ਲੈਂਦਾ, ਤੇ ਕਿਆ ਮੇਰੀ ਕੌਮੀਅਤ ਤਬਦੀਲ ਹੋ ਜਾਂਦੀ? ਹਰਗਿਜ਼ ਨਹੀਂ। ਮੈਂ ਫਿਰ ਵੀ ਅਮਰੀਕਨ ਹੁੰਦਾ, ਠੀਕ ਹੈ ਜੀ। ਮੇਰੀ ਐਥਨੀਸਿਟੀ ਤਬਦੀਲ ਹੋ ਜਾਂਦੀ? ਹਰਗਿਜ਼ ਨਹੀਂ। ਐਥਨਿਕਲੀ ਮੈਂ ਵਾਈਟ ਹੁੰਦਾ, ਠੀਕ ਹੈ ਨਾ ਜੀ। ਤੇ ਕੀ ਸ਼ਾਇਦ ਤਬਦੀਲ ਹੁੰਦੀ? ਯਾਨੀ ਕਿ ਮਜ਼ਹਬ ਇੱਕ ਨਜ਼ਰੀਆ ਹੈ, ਕੋਈ ਵੀ ਉਹਨੂੰ ਅਪਣਾ ਸਕਦਾ ਔਰ ਕੋਈ ਵੀ ਮਜ਼ਹਬ ਨੂੰ ਅਪਣਾ ਸਕਦਾ। ਅੱਜ ਤੁਸੀਂ ਮੁਸਲਮਾਨ ਹੈਗੇ ਹੋ, ਕੱਲ ਨੂੰ ਹੋ ਸਕਦਾ ਤੁਸੀਂ ਸੋਚੋਗੇ ਨਹੀਂ ਮੈਂ ਕੋਈ ਹੋਰ ਮਜ਼ਹਬ ਅਪਣਾਉਣਾ ਚਾਹੁੰਦਾ। ਇਹ ਤੁਹਾਡੀ ਮਰਜ਼ੀ ਹੈਗੀ ਹੈ ਨਾ। ਇਹਦੇ ਵਿੱਚ ਮਤਲਬ ਹੈ ਕੌਮ ਜਿਹੜੀ ਹੈ ਉਹ ਤੁਹਾਡੀ ਮਰਜ਼ੀ ਨਹੀਂ। ਗੌਰ ਕਰੋ ਕਿ ਕੌਮ ਆਪਣੀ ਮਰਜ਼ੀ ਤੋਂ ਨਹੀਂ ਤੁਸੀਂ ਬਣਾਈ ਹੈ। ਤੁਸੀਂ ਪੰਜਾਬੀ ਪੈਦਾ ਹੋਏ ਹੋ, ਤੁਸੀਂ ਬਸ ਉਹਦੇ ਵਿੱਚ ਹੀ ਤੁਸੀਂ ਪੈਦਾ ਹੋਏ ਹੋ। ਐਥਨੀਸਿਟੀ ਤੁਹਾਡੀ ਆਪਣੀ ਮਰਜ਼ੀ ਵਿੱਚ ਉਹਦੇ ਸ਼ਾਮਿਲ ਨਹੀਂ। ਜਿਹੜਾ ਬੰਦਾ ਹਬਸ਼ੀ ਹੈਗਾ ਉਹ ਮਰਜ਼ੀ ਨਾਲ ਤੇ ਹਬਸ਼ੀ ਨਹੀਂ ਹੋਇਆ ਨਾ, ਉਹ ਪੈਦਾ ਹੀ ਹਬਸ਼ੀ ਹੋਇਆ। ਤੇ ਇਹਦਾ ਮਤਲਬ ਹੈ ਮਜ਼ਹਬ ਤੁਸੀਂ ਆਪਣੇ ਫੈਸਲੇ ਦੇ ਨਾਲ ਉਹਨੂੰ ਅਪਣਾਉਂਦੇ ਹੋ, ਆਪਣਾ ਫੈਸਲਾ ਹੁੰਦਾ ਉਹਦੇ 'ਚ ਸ਼ਾਮਿਲ ਤੁਹਾਡਾ। ਉਹ ਤੁਹਾਡੀ ਇੱਕ ਮੁਖਤਲਿਫ ਮਜ਼ਹਬੀ ਸ਼ਨਾਖਤ ਹੁੰਦੀ ਹੈ। ਰਿਆਸਤ, ਤੁਸੀਂ ਇੱਕ ਰਿਆਸਤ ਵਿੱਚ ਪੈਦਾ ਹੁੰਦੇ ਹੋ, ਉਹ ਤੁਹਾਨੂੰ ਸਿਟੀਜ਼ਨਸ਼ਿਪ ਮਿਲਦੀ ਹੈ, ਇੱਕ ID ਕਾਰਡ ਮਿਲਦਾ, ਉਹ ਤੁਹਾਡੀ ਰਿਆਸਤੀ ਸ਼ਨਾਖਤ ਹੈਗੀ, ਉਹ ਬਿਲਕੁਲ ਹੋਰ ਸ਼ੈ ਹੈਗੀ। ਔਰ ਤੀਸਰਾ, ਤੁਹਾਡੀ ਜਿਹੜੀ ਮਾਂ ਬੋਲੀ ਉਹ ਤੁਹਾਨੂੰ ਦਿੰਦੀ ਹੈ ਤੁਹਾਡੀ ਕੌਮੀ ਸ਼ਨਾਖਤ। ਇਹਨਾਂ ਚੀਜ਼ਾਂ ਨੂੰ ਜਦੋਂ ਤੱਕ ਤੁਸੀਂ ਵੱਖਰਾ ਨਹੀਂ ਕਰੋਗੇ ਔਰ ਸਮਝੋਗੇ ਨਹੀਂ ਕਿ ਬਈ ਇਹ ਕਿਉਂ ਵੱਖਰੀਆਂ ਸ਼ੈਵਾਂ ਨੇ, ਉਸ ਵੇਲੇ ਤੱਕ ਤੁਸੀਂ ਹਮੇਸ਼ਾ ਕਨਫਿਊਜ਼ਨ ਦਾ ਸ਼ਿਕਾਰ ਰਹੋਗੇ। ਔਰ ਜਿਹੜੀਆਂ ਚੀਜ਼ਾਂ ਨੂੰ, ਜਿਹੜੇ ਕਨਸੈਪਟਸ ਦਾ ਤੁਸੀਂ ਮੁਕਾਬਲਾ ਕਰ ਹੀ ਨਹੀਂ ਸਕਦੇ, ਉਹਨਾਂ ਨੂੰ ਇਕੁਏਟ ਕਰ ਹੀ ਨਹੀਂ ਸਕਦੇ, ਉਹਨਾਂ ਨੂੰ ਬਰਾਬਰ ਠਹਿਰਾ ਕੇ ਕਹਿ ਹੀ ਨਹੀਂ ਸਕਦੇ ਕਿ ਪਹਿਲੇ ਉਹ ਸ਼ੈ ਹੋਣੀ ਚਾਹੀਦੀ ਹੈ, ਦੂਜੀ ਉਹ ਸ਼ੈ ਹੋਣੀ ਚਾਹੀਦੀ, ਉਹਨਾਂ ਨੂੰ ਤੁਸੀਂ ਪਹਿਲਾਂ ਦੂਜਾ ਕਰੀ ਜਾ ਰਹੇ ਹੋ।
वो अंग्रेजी 'ਚ ਕਹਾਵਤ ਹੈਗੀ ਕਿ ਤੁਸੀਂ ਯੂ ਆਰ ਕੰਪੇਅਰਿੰਗ ਐਪਲਸ ਐਂਡ ਔਰੇਂਜਸ। ਦੋ ਮੁxtਲਿਫ ਸ਼ੈਵਾਂ ਨੂੰ ਤੁਸੀਂ ਕੰਪੇਅਰ ਕਰ ਰਹੇ ਹੋ। ਹਰ ਬੰਦਾ ਜਿਹੜਾ ਕਿਸੇ ਇੱਕ ਰਿਆਸਤ ਦਾ ਸ਼ਹਿਰੀ ਹੋ ਸਕਦਾ। ਚਲੋ ਮੈਕਸਿਮਮ ਡਿਊਲ ਸਿਟੀਜ਼ਨਸ਼ਿਪ ਤੁਸੀਂ ਲੈ ਲਈ ਤੇ ਦੋ ਚਲੋ ਤੁਸੀਂ ਰਿਆਸਤ ਦੇ ਸ਼ਹਿਰੀ ਹੋ ਗਏ, ਮੰਨ ਲਿਆ। ਮਗਰ ਰਿਆਸਤ ਤੁਹਾਡੀ ਉਹੀ ਹੈਗੀ ਜਿੱਥੇ ਤੁਹਾਡੀ ਸਿਟੀਜ਼ਨਸ਼ਿਪ ਹੈਗੀ। ਕੌਮ ਤੁਹਾਡੀ ਉਹ ਹੈਗੀ ਜਿੱਥੇ ਜਿਹੜੀ ਤੁਹਾਡੀ ਜ਼ਬਾਨ ਹੈਗੀ, ਔਰ ਮਜ਼ਹਬ ਜਿਹੜਾ ਫੈਸਲਾ ਕਰਕੇ ਜਿਹੜੀ ਤੁਸੀਂ ਆਪ ਫੈਸਲਾ ਕਰਕੇ ਜਿਸ ਮਜ਼ਹਬ ਨੂੰ ਅਡਾਪਟ ਕੀਤਾ ਉਹ ਤੁਹਾਡਾ ਮਜ਼ਹਬ ਹੈ। ਸਰ ਥੋੜਾ ਜਿਹਾ ਇਸ ਤੋਂ ਐਕਸਟੈਂਡ ਕਰਾਂਗੇ ਕਿ ਉਹ ਕਿਹੜੇ ਫੈਕਟਰ ਨੇ ਜਿਹੜੇ ਕਿ ਸਾਨੂੰ ਕੌਮੀਅਤ ਦਾ ਇੱਕ ਆਪਣਾ ਮਾਨੀਪਰ ਪਹਿਨਾਇਆ ਜਾ ਰਿਹਾ ਹੈ, ਮਜ਼ਹਬ ਦਾ ਇੱਕ ਆਪਣਾ, ਕਿ ਇਸ ਦੇ ਨਾਲ ਕਿਆ ਖਾਸ ਤੌਰ ਸਾਡੇ ਪੰਜਾਬ ਦੇ ਅੰਦਰ ਜਿਹੜਾ ਸਾਡੇ ਲਈ ਇਸ ਵਕਤ ਇਸ਼ੂ ਇਹ ਬਣਿਆ ਹੋਇਆ ਹੈ, ਸਾਨੂੰ ਇੱਕ ਟੂ ਨੇਸ਼ਨ ਥਿਊਰੀ ਦੇ ਅਸੀਂ ਹਾਲੇ ਤੱਕ ਵੀ ਅਸੀਂ ਕਾਇਲ ਹਾਂ। ਸਾਨੂੰ ਇਹ ਯਾਨੀ ਉਹ ਕਿਹੜੇ ਫੈਕਟਰਸ ਹੈਗੇ ਨੇ ਕਿ ਜਿਹਨਾਂ ਦੇ ਮਜ਼ੀਦ ਤਕਸੀਮ ਹੁੰਦੇ ਜਾ ਰਹੇ। ਅਸੀਂ ਆਪਣੀ ਕੌਮੀਅਤ ਤੋਂ ਯਾਨੀ ਜਿਹੜੀ ਸਾਡੀ ਬੁਨਿਆਦ ਹੈ, ਜਿਹੜੀ ਸਾਡੀ ਨੇਸ਼ਨ ਹੈ, ਪੰਜਾਬੀ ਹੋਣ ਤੋਂ ਸਾਨੂੰ ਕਿਉਂ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਕਿਉਂ ਅਸੀਂ ਇਸ ਤੇ ਚਲੇ ਗਏ ਕਿ ਸਾਨੂੰ ਆਪਣੇ ਮਜ਼ਹਬ ਦੇ ਉੱਤੇ ਮਾਣ ਹੈ, ਸਾਨੂੰ ਆਪਣੀ ਵਤਨੀਅਤ ਦੇ ਉੱਤੇ ਮਾਣ ਹੈ, ਲੇਕਿਨ ਸਾਨੂੰ ਆਪਣੀ ਕੌਮੀਅਤ ਦੇ ਉੱਪਰ ਨਹੀਂ ਹੈਗਾ। ਆਹੋ, ਇਹਦੇ ਵਿੱਚ ਦੋ ਮੁxtਲਿਫ ਫੈਕਟਰਸ, ਇੱਕ ਤੇ ਖਸੂਸੀ ਤੌਰ ਤੇ ਪੰਜਾਬ ਦੇ ਫੈਕਟਰਸ ਨੇ, ਉਹਨਾਂ ਨੂੰ ਜ਼ਰਾ ਬਾਅਦ ਵਿੱਚ ਮੈਂ ਡਿਸਕਸ ਕਰਨਾ, ਔਰ ਇੱਕ ਅਮੂਮੀ ਤੌਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਫਰੇਮਵਰਕ ਬਣਿਆ ਹੋਇਆ ਉਹ। ਪਹਿਲੇ ਪਾਕਿਸਤਾਨ ਦਾ ਫਰੇਮਵਰਕ ਡਿਸਕਸ ਕਰਨੇ ਆ। ਦੇਖੋ, ਜਦੋਂ ਇੰਡੀਆ ਦੇ ਵਿੱਚ ਬਰਤਾਨੀਆ ਦੀ ਇੱਥੇ ਨੌਬਾਦੀਆਤੀ ਰਿਆਸਤ ਦੇ ਖਿਲਾਫ ਜਦੋਜਹਿਦ ਹੋਈ, ਯਾਨੀ ਐਂਟੀ ਕਲੋਨੀਅਲ ਸਟਰਗਲ ਹੋਈ ਜਦੋਂ, ਤੇ ਉਸ ਵੇਲੇ ਕਾਂਗਰਸ ਪਾਰਟੀ ਨੇ ਇੱਕ ਥੀਸਿਸ ਦਿੱਤਾ ਕਿ ਜੀ ਪੂਰੇ ਦਾ ਪੂਰਾ ਜਿਹੜਾ ਬਰੇ ਸਗੀਰ ਹੈ ਉਹ ਇੱਕੋ ਕੌਮ, ਇੰਡੀਆ ਇੱਕ ਕੌਮ ਹੈ। ਦਰ ਹਕੀਕਤ ਇੰਡੀਆ ਕਦੇ ਵੀ ਇੱਕ ਕੌਮ ਨਹੀਂ ਸੀ। ਇੰਡੀਆ ਨੂੰ ਤੇ ਤੁਸੀਂ ਬਰੇ ਸਗੀਰ ਆਖਦੇ ਹੋ, ਸਬ ਕੰਟੀਨੈਂਟ ਕਹਿੰਦੇ ਹੋ, ਤੇ ਪੂਰੇ ਕੰਟੀਨੈਂਟ ਜਾਂ ਸਬ ਕੰਟੀਨੈਂਟ ਦੇ ਵਿੱਚ ਇੱਕੋ ਕੌਮ ਵਸਦੀ ਹੈ, ਕਿਸ ਤਰ੍ਹਾਂ ਹੋ ਸਕਦਾ? ਨਹੀਂ, ਉਹਦੇ 'ਚ ਕਈ ਕੌਮਾਂ ਸਨ। ਹੁਣ ਕਾਂਗਰਸ ਪਾਰਟੀ 1900 ਜਦੋਂ ਅਸੀਂ ਵੇਖੀਏ 5 6 7 8 10 ਵਰਲਡ ਵਾਰ 1 ਤੱਕ, ਬਲਕਿ ਤੁਸੀਂ ਕਹਿ ਸਕਦੇ ਹੋ ਇੱਕ ਛੋਟੀ ਜੀ ਨਵਾਬਾਂ ਦੀ ਇਲੀਟ ਦੀ ਪਾਰਟੀ ਸੀ। ਇਸੇ ਤਰ੍ਹਾਂ ਮੁਸਲਿਮ ਲੀਗ ਵੀ ਨਵਾਬਾਂ ਦੀ ਔਰ ਇਲੀਟ ਦੀ ਪਾਰਟੀ, ਅਵਾਮੀ ਪਾਰਟੀ ਔਰ ਮਜ਼ਦੂਰਾਂ ਕਿਸਾਨਾਂ ਦੀ ਪਾਰਟੀ ਨਹੀਂ ਸੀ। ਜਦੋਂ ਗਾਂਧੀ ਸਾਹਿਬ ਸਾਊਥ ਅਫਰੀਕਾ ਤੋਂ ਵਾਪਸ ਇੰਡੀਆ ਆਏ ਤੇ ਉਹਨਾਂ ਨੇ ਪਹਿਲੀ ਦਫਾ ਇੱਕ ਮਜ਼ਹਬੀ, ਕੀ ਕਹਿਣਾ ਚਾਹੀਦਾ ਹੈ, ਬੁਨਿਆਦ ਦੇ ਉੱਤੇ ਮੈਸ ਮੋਬਿਲਾਈਜੇਸ਼ਨ ਸ਼ੁਰੂ ਕੀਤੀ, ਔਰ ਜਿਹੜੀ ਖਿਲਾਫਤ ਮੂਵਮੈਂਟ ਸ਼ੁਰੂ ਹੋਈ ਉਹਦੇ ਨਾਲ ਕਾਂਗਰਸ ਪਾਰਟੀ ਔਰ ਗਾਂਧੀ ਦੀ ਤਹਿਰੀਕ ਦੋਵੇਂ ਜੁੜ ਕੇ ਉਹਨਾਂ ਨੇ ਇੱਕ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕੀਤੀ। ਮਗਰ ਉਹਦਾ ਜਿਹੜਾ ਇਡੀਅਮ ਬਣਿਆ, ਮਤਲਬ ਹੈ ਕਿ ਉਹਦੀ ਜਿਹੜੀ ਇੱਕ ਤਸ਼ੱਖੁਸ ਬਣੀ ਉਹ ਮਜ਼ਹਬੀ ਸੀ। ਔਰ ਕਿਉਂਕਿ ਗਾਂਧੀ ਸਾਹਿਬ ਖੁਦ ਹਿੰਦੂ ਸਨ, ਅਗਰਚੇ ਗਾਂਧੀ ਸਾਹਿਬ ਸਾਰੇ ਦੇਵਬੰਦੀਆਂ ਨੂੰ ਵੀ ਨਾਲ ਲੈ ਕੇ ਟੁਰ ਰਹੇ ਸਨ, ਮਗਰ ਕਿਉਂਕਿ ਉਹ ਆਪ ਉਸ ਮੂਵਮੈਂਟ ਨੂੰ ਲੀਡ ਕਰ ਰਹੇ ਸਨ ਔਰ ਆਪ ਉਹਦੀ ਨੁਮਾਇੰਦਗੀ ਕਰਦੇ ਹੋਇਆਂ ਉਹ ਇੱਕ ਹਿੰਦੂ ਪੁਆਇੰਟ ਆਫ ਵਿਊ ਤੋਂ ਕਰ ਰਹੇ ਸਨ, ਤੇ ਜ਼ਾਹਿਰੀ ਗੱਲ ਹੈ ਕਿ ਇਹਦੇ ਨਤੀਜੇ ਦੇ ਵਿੱਚ ਜਦੋਂ ਤੁਸੀਂ ਇੱਕ ਮਜ਼ਹਬ ਦੀ ਬੁਨਿਆਦ ਦੇ ਉੱਤੇ ਆਪਣੀ ਕੌਮੀ ਆਜ਼ਾਦੀ ਦੀ ਤਹਿਰੀਕ ਸ਼ੁਰੂ ਕਰੋਗੇ, ਐਂਟੀ ਕਲੋਨੀਅਲ ਮੂਵਮੈਂਟ ਸ਼ੁਰੂ ਕਰੋਗੇ, ਤੇ ਜਿਹੜਾ ਵੀ ਬੰਦਾ ਉਸ ਮਜ਼ਹਬ ਦੇ ਨਾਲ ਤਾਲੁਕ ਨਹੀਂ ਰੱਖਦਾ ਉਹ ਇਹੀ ਮਹਿਸੂਸ ਕਰੇਗਾ ਕਿ ਇਹ ਸਾਡੀ ਤਹਿਰੀਕ ਨਹੀਂ। ਅਗਰਚੇ ਤੁਸੀਂ ਲੱਖ ਕੋਸ਼ਿਸ਼ ਵੀ ਕਰੋ, ਔਰ ਕੀਤੀ ਉਹਨਾਂ ਨੇ, ਹੱਤਾ ਕਿ ਮਤਲਬ ਗਾਂਧੀ ਸਾਹਿਬ ਨੂੰ ਮਸਜਿਦਾਂ 'ਚ ਵੀ ਬੁਲਾਇਆ ਜਾਂਦਾ ਸੀ ਉਸ ਵੇਲੇ ਕਿ ਤੁਸੀਂ ਆ ਕੇ ਮਸਜਿਦ ਵਿੱਚ ਖਿਤਾਬ ਕਰੋ, ਔਰ ਖਿਲਾਫਤ ਲੀਡਰਸ ਨੂੰ ਮੰਦਰਾਂ 'ਚ ਬੁਲਾ ਕੇ ਖਿਤਾਬ ਕਰਾਇਆ ਜਾਂਦਾ ਸੀ। ਮਗਰ ਫਿਰ ਵੀ ਉਹ ਜਿਹੜੀ ਤਹਿਰੀਕ ਬਣੀ ਨਾ, ਉਹਦੀ ਸ਼ਨਾਖਤ ਮਜ਼ਹਬੀ ਬਣ ਗਈ, ਔਰ ਉਹਦੇ 'ਚ ਡੋਮੀਨੈਂਟ ਸ਼ਨਾਖਤ ਡੋਮੀਨੈਂਟ ਮਜ਼ਹਬ ਦੀ ਹੋਣੀ ਸੀ। ਉਹਦੇ ਨਤੀਜੇ ਦੇ ਵਿੱਚ ਫਿਰ ਜਿਹੜੇ ਵੀ ਲੋਕੀ ਉਸ ਮਜ਼ਹਬ ਨਾਲ ਤਾਲੁਕ ਨਹੀਂ ਰੱਖਦੇ ਸਨ, ਉਹਨਾਂ ਨੇ ਇੱਕ ਹੋਰ ਮਜ਼ਹਬੀ ਸ਼ਨਾਖਤ ਬਣਾ ਲਈ ਰਿਐਕਸ਼ਨ ਦੇ ਤੌਰ ਤੇ, ਉਹ ਬਣ ਗਈ ਮੁਸਲਿਮ ਲੀਗ। ਔਰ ਉਹਦੇ ਵਿੱਚ ਮਤਲਬ ਮੁਸਲਿਮ ਲੀਗ ਦੇ ਪਿੱਛੇ ਉਹ ਟੁਰ ਪਈ, ਜਿਹੜੀ ਇੱਕ ਕਿਸਮ ਦੀ ਆਲਟਰਨੇਟਿਵ ਸ਼ਨਾਖਤ ਬਣੀ। ਇਸ ਤਰ੍ਹਾਂ ਟੂ ਨੇਸ਼ਨ ਥਿਊਰੀ ਵਜੂਦ ਵਿੱਚ ਆ ਗਈ। ਕਾਂਗਰਸ ਪਾਰਟੀ ਦੀ ਥਿਊਰੀ ਸੀ 1 ਨੇਸ਼ਨ ਥਿਊਰੀ, ਮੁਸਲਿਮ ਲੀਗ ਦੀ ਥਿਊਰੀ ਸੀ 2 ਨੇਸ਼ਨ ਥਿਊਰੀ। ਜਿਨ੍ਹਾਂ ਲੋਕਾਂ ਨੇ ਸਹੀ ਤਜਜ਼ੀਆ ਕੀਤਾ ਇੰਡੀਆ ਦਾ, ਉਹ ਸਨ ਕਮਿਊਨਿਸਟ ਪਾਰਟੀ ਆਫ ਇੰਡੀਆ ਵਾਲੇ ਲੋਕ। ਉਹਨਾਂ ਨੇ ਕਿਹਾ ਨਾ ਤੇ 1 ਨੇਸ਼ਨ ਹੈਗਾ ਇੰਡੀਆ, ਨਾ 2 ਨੇਸ਼ਨਸ, ਇੱਥੇ 17 ਮੁxtਲਿਫ ਕੌਮਾਂ ਵਸਦੀਆਂ ਨੇ, 17 ਮੁxtਲਿਫ ਕੌਮਾਂ ਵਸਦੀਆਂ। ਕਿਉਂਕਿ ਤੁਸੀਂ ਵੇਖੋ ਕਿ ਬ੍ਰੌਡਲੀ ਸਪੀਕਿੰਗ 17 ਮੁxtਲਿਫ ਵੱਡੇ ਨੈਸ਼ਨਲ ਗਰੁੱਪਸ, ਲੈਂਗੁਏਜ ਗਰੁੱਪਸ ਨੇ, ਟੈਰੀਟੋਰੀਅਲੀ ਸਪੀਕਿੰਗ ਉਹਨਾਂ ਦੀ ਮੁxtਲਿਫ ਜ਼ਬਾਨਾਂ ਹੈਗੀਆਂ ਨੇ, ਉਹ 17 ਮੁxtਲਿਫ ਕੌਮਾਂ ਨੇ। ਹੁਣ ਇੰਡੀਆ ਦੇ ਵਿੱਚ ਕੀ ਹੋਇਆ ਕਿ ਜਦੋਂ ਇੰਡੀਆ ਆਜ਼ਾਦ ਹੋ ਗਿਆ, ਉਹਨਾਂ ਨੇ ਬਹਰਾਲ ਨਹਿਰੂ ਨੇ ਇਸ ਗੱਲ ਨੂੰ ਮੰਨ ਲਿਆ ਕਿ ਇੰਡੀਆ ਇੱਕ ਮਲਟੀਨੈਸ਼ਨਲ ਰਿਆਸਤ ਹੈਗੀ। ਉਹਨਾਂ ਨੇ ਫਿਰ ਆਪਣੀ ਰਿਆਸਤਾਂ ਦੇ ਵਿੱਚ ਖਾਸੀ ਸੂਬਾਈ ਖੁਦ ਮੁਖਤਾਰੀ ਦਿੱਤੀ। ਮਗਰ ਅਸੀਂ
ਇੱਕ ਦੇਖੋ ਨਾ, ਇੱਕ ਆਰਗੂਮੈਂਟ ਤੁਸੀਂ ਦਿੱਤੀ, ਉਸ ਵੇਲੇ ਦੀ ਆਰਗੂਮੈਂਟ ਸੀ 1930 ਤੋਂ ਲੈ ਕੇ ਤੁਸੀਂ ਕਹਿ ਸਕਦੇ ਹੋ 47 ਤੱਕ ਟਿਕਰ ਉਹਦੀ ਇੱਕ ਅਫਾਦੀਅਤ ਸੀ। ਇਹ ਵੀ ਇਸ ਤਰ੍ਹਾਂ ਤੁਸੀਂ ਸਮਝ ਲਓ ਜਿਵੇਂ ਮੁਹੰਮਦ ਅਲੀ ਜਿਨਾਹ ਸਾਹਿਬ ਇੱਕ ਕੇਸ ਲੜ ਰਹੇ ਸਨ, ਅਦਾਲਤ ਕਿਹਨਾਂ ਦੀ ਲੱਗੀ ਹੋਈ ਹੈ? ਅੰਗਰੇਜ਼ਾਂ ਦੀ। ਅੰਗਰੇਜ਼ਾਂ ਨੂੰ ਕਨਵਿੰਸ ਕਰਨਾ ਹੈ ਕਿ ਜੀ ਇੱਥੇ ਦੋ ਕੌਮਾਂ ਵਸਦੀਆਂ ਨੇ। ਜੇ ਅੰਗਰੇਜ਼ਾਂ ਨੂੰ ਕਨਵਿੰਸ ਕਰ ਲਿਆ ਕਿ ਇੱਥੇ ਦੋ ਕੌਮਾਂ ਵਸਦੀਆਂ ਨੇ ਤੇ ਅੰਗਰੇਜ਼ ਦੋ ਮੁਲਕ ਬਣਾ ਦੇ, ਉਹ ਇਹੀ ਹੋਇਆ। ਮਗਰ ਜਦੋਂ ਅੱਗੇ ਅਸੀਂ ਆਪਣੀ ਰਿਆਸਤ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹੀ ਨਜ਼ਰੀਆ ਜਿਹੜਾ ਕਿ ਇੱਕ ਲਿਮਿਟਿਡ ਫਰੇਮਵਰਕ ਦੇ ਵਿੱਚ ਕਾਮਯਾਬ ਹੀ ਸਾਬਤ ਕਹਿ ਲੋ ਹੋ ਗਿਆ, ਕਿਉਂਕਿ ਪਾਕਿਸਤਾਨ ਬਣ ਗਿਆ, ਉਹ ਸਟੇਟ ਬਿਲਡਿੰਗ ਵਾਸਤੇ ਬਿਲਕੁਲ ਫਲॉप ਇਸ ਲਈ ਸਾਬਤ ਹੋਇਆ ਕਿਉਂਕਿ ਜਦੋਂ ਤੁਸੀਂ ਇਹ ਤਸੱਵਰ ਰੱਖ ਲਿਆ ਕਿ ਪਾਕਿਸਤਾਨ ਇੱਕ ਕੌਮ ਹੈਗੀ ਤੇ ਤੁਸੀਂ ਕੀ ਕੀਤਾ? ਤੁਸੀਂ ਇੱਕ ਤੇ ਈਸਟ ਪਾਕਿਸਤਾਨ ਦੇ ਵਿੱਚ ਜਿਹੜੀ ਲੈਂਗੁਏਜ ਮੂਵਮੈਂਟ ਸੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ, ਉਹ ਬੈਕਫਾਇਰ ਕਰ ਗਈ। ਸਾਰਾ ਸਿਲਸਿਲਾ ਬੈਕਫਾਇਰ ਕਰ ਗਿਆ। ਵਿਦਿਨ 25 ਇਅਰਸ ਤੁਸੀਂ ਆਪਣੀ ਰਿਆਸਤ ਤੋੜ ਛੱਡੀ। ਔਰ ਇਸ ਪਾਸੇ ਵੈਸਟ ਪਾਕਿਸਤਾਨ ਦੇ ਵਿੱਚ ਤੁਸੀਂ ਸਾਰੇ ਸੂਬਿਆਂ ਨੂੰ ਤੋੜ ਕੇ ਵਨ ਯੂਨਿਟ ਬਣਾ ਦਿੱਤਾ, तमाम सूबाई खुद मुख्तारी खत्म कर दी और इत्थे भी तुसी एग्रीवेट कीता नैशनल क्वेश्चन, ठीक है, एग्रीवेट कीता। जे पहले दिन तो तुसी क्लियर होंदे कि टू नेशन थेरी वो एक लिमिटेड फ्रेमवर्क दे विच रहंदे होया असी एक अपनी हकूक वास्ते लड़न लई असी ये कीता सी, मगर हुण रियासत नूं अगे चलाउण लई सानू रिकग्नाइज करना पेगा कि जिहड़ी रियासत हुण बनी है इहदे विच कम अज कम 5 कौमां हैगियां ने। उस वेले बंगाली भी शामिल सन, हुण तुसीं चलो 4 कर लो, और एक कसीरल कौमी रियासत है। फिर तुसीं कसीरल कौमी रियासत दे मॉडल स्टडी करदे दुनिया दे विच जिहड़े हैगे ने कि किहड़े-किहड़े मुल्क ने, किहड़ी-किहड़ियां रियासतां ने जिहड़ियां कि कसीरल कौमी रियासतां ने, और उन्होंने किवें फिर लोकां नूं जोड़िया है, की टैक्टिक्स इस्तेमाल कीतियां ने। उत्थे उन्होंने इंडिया दे विच कीता, असीं नहीं कीता। असीं बल्कि कोशिश कीती कि बई जिहड़ा भी पंजाबी दी पंजाब की आइडेंटिटी की गल करता है, जिहड़ा सिंधी आइडेंटिटी की गल करता उन्होंने दबा दिता जाए। हालांकि वही लोग सन जिन्होंने पाकिस्तान बनाया, जी एम सैयद नूं वेख लो तुसीं, उन्होंने ही पाकिस्तान, और उत्थे सुरवर्दी साहब वगैरह नूं वेख लो, ठीक है ना। जिहड़ी पूरी अवामी लीग बनी सी वो अवामी लीग वो पुरानी मुस्लिम लीग ही सी, कोई नवी पार्टी नहीं सी। वो पहले मुस्लिम लीग जिहड़ी सी वो अवामी मुस्लिम लीग बनी, फिर वो उन्होंने मुस्लिम विचों कट के अवामी लीग बन गई, वही पार्टी सी, और वो पूरी की पूरी दूसरी तरफ चली। तो फिर ਅੱਜ ਵੀ ਇਹੀ ਮਸਲਾ ਹੈਗਾ ਕਿ ਹੁਣ ਵੀ ਵੇਖ ਲਓ ਕਿ 18ਵੀਂ ਤਰਮੀਮ ਦੇ ਉੱਤੇ ਫਿਰ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਸੂਬਾਈ ਖੁਦ ਮੁਖਤਾਰੀ ਨੂੰ ਘਟਾਉਣ ਲਈ, ਕਿਉਂਕਿ ਰੈਕਗਨੀਸ਼ਨ ਨਹੀਂ ਹੈਗੀ ਇਸ ਚੀਜ਼ ਦੀ, ਕਿਉਂਕਿ ਅਸੀਂ ਸਮਝਿਆ ਕਿ ਜੀ ਉਹ ਟੂ ਨੇਸ਼ਨ ਥਿਊਰੀ ਨਜ਼ਰੀਆ ਪਾਕਿਸਤਾਨ ਹੈ। ਅਗਰਚੇ ਉਹ ਪਾਕਿਸਤਾਨ ਬਣਾਉਣ ਦੇ ਵਿੱਚ ਉਹਦਾ ਇੱਕ ਕਿਰਦਾਰ ਜ਼ਰੂਰ ਸੀ, ਮਗਰ ਉਹ ਪਾਕਿਸਤਾਨ ਨੂੰ ਚਲਾਉਣ ਦੇ ਵਿੱਚ ਉਹ ਕਿਰਦਾਰ ਨਹੀਂ ਅਦਾ ਕਰ ਸਕਦਾ। ਜਦ ਪਾਕਿਸਤਾਨ ਨੂੰ ਜੇ ਚਲਾਉਣਾ ਹੈ ਤੇ ਤੁਹਾਨੂੰ ਰੈਕਗਨਾਈਜ਼ ਕਰਨਾ ਹੋਏਗਾ ਕਿ ਪਾਕਿਸਤਾਨ ਇੱਕ ਕਸੀਰੁਲ ਕੌਮੀ, ਕਸੀਰੁਲ ਮਜ਼ਹਬੀ ਰਿਆਸਤ ਹੈਗੀ, ਔਰ ਉਹਦੇ ਵਿੱਚ ਕਸੀਰੁਲ ਕੌਮੀ ਰਿਆਸਤ ਨੂੰ ਚਲਾਉਣ ਦਾ ਤਰੀਕਾ ਹੀ ਹੁੰਦਾ ਹੈ ਕਿ ਤੁਸੀਂ ਵਾਈਡ ਸਪਰੈਡ ਆਟੋਨੋਮੀ ਦਿਓ ਹਰ ਇਕਾਈ ਨੂੰ, ਹਰ ਕੌਮ ਨੂੰ ਜਿਹੜੀ ਕਿ ਤੁਹਾਡੀ ਰਿਆਸਤ ਦੇ ਵਿੱਚ ਸ਼ਾਮਿਲ। ਦੂਜਾ ਮਸਲਾ ਪੰਜਾਬ ਦਾ ਹੈਗਾ, ਉਹ ਜ਼ਰਾ ਹੋਰ ਕੰਪਲਿਕੇਟਡ ਮਸਲਾ ਹੈ। ਉਹਦੇ ਵਿੱਚ ਜਿਹੜੀ ਵੰਡ ਪਈ ਹੈ ਔਰ ਜਿਹੜਾ ਈਸਟ ਔਰ ਵੈਸਟ ਪੰਜਾਬ ਦੇ ਵਿੱਚ ਜਿਹੜਾ ਇੱਕ ਸਿਲਸਿਲਾ ਚੱਲਿਆ, ਇੱਕ ਤੇ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ, ਫਿਰ ਉਸ ਤੋਂ ਬਾਅਦ ਜਿਹੜੀ ਇੱਥੇ ਕਤਲੋ ਗਾਰਤ ਹੋਈ, ਉਹਦੇ ਨਤੀਜੇ ਦੇ ਵਿੱਚ ਰਿਆਸਤ ਦਾ ਇਹ ਖਿਆਲ ਸੀ, ਔਰ ਬਲਕਿ ਪੰਜਾਬ ਦੇ ਆਪਣੇ ਇਲੀਟ ਦਾ ਇਹ ਖਿਆਲ ਸੀ ਕਿ ਇਹ ਜਨਾਬ ਹੈ ਤੇ ਹੁਣ ਸਿੱਖਾਂ ਦੀ ਜ਼ਬਾਨ ਹੈਗੀ, ਸਾਡੀ ਜ਼ਬਾਨ। ਹਾਲਾਂਕਿ ਘਰ ਵਿੱਚ ਸਾਰੇ ਪੰਜਾਬੀ ਬੋਲਦੇ ਸਨ, ਮਗਰ ਸਕਾਫਤੀ ਇਤਬਾਰ ਨਾਲ ਉਹਨਾਂ ਨੇ ਕਿਹਾ ਇਹ ਸਿੱਖਾਂ ਦੀ ਜ਼ਬਾਨ ਹੈਗੀ ਹੈ, ਹੁਣ ਸਿੱਖ ਜਿਹੜੇ ਨੇ ਇੰਡੀਆ ਦੇ ਨਾਲ ਸ਼ਾਮਿਲ ਨੇ, ਤੇ ਅਗਰ ਅਸੀਂ ਪੰਜਾਬ ਦੀ ਆਈਡੈਂਟੀਟੀ ਨੂੰ ਸੈਲੀਬ੍ਰੇਟ ਕਰਾਂਗੇ ਤੇ ਸਮਾਂ ਉਹਦੀ ਅਦਰ ਅਸੀਂ ਇੰਡੀਆ ਦੀ ਆਈਡੈਂਟੀਟੀ ਨੂੰ ਜਾਂ ਇੰਡੀਅਨ ਪੰਜਾਬ ਨੂੰ ਸੈਲੀਬ੍ਰੇਟ ਕਰ ਰਹੇ। ਹੁਣ ਪੰਜਾਬ ਦੀ ਹਿਸਟਰੀ ਜਦੋਂ ਅਸੀਂ ਸਟੱਡੀ ਕਰਨੇ ਆ, ਮੈਂ ਅਕਸਰ ਬੜਾ ਹੈਰਾਨ ਹੁੰਦਾ, ਲੋਕੀ ਮੈਨੂੰ ਪੁੱਛਦੇ ਨੇ ਪੰਜਾਬ ਦੇ ਕਿਹੜੇ ਹੀਰੋ ਨੇ, ਮੈਂ ਕਹਿੰਦਾ ਭਗਤ ਸਿੰਘ। ਫਿਰ ਪਾਕਿਸਤਾਨੀਆਂ ਦੇ ਵਿੱਚ ਮੈਂ ਗੱਲ ਕਰ ਰਿਹਾ, ਮੈਂ ਕਹਿੰਦਾ ਭਗਤ ਸਿੰਘ ਬਹੁਤ ਵੱਡਾ ਹੀਰੋ ਹੈ ਪੰਜਾਬ ਦਾ। ਮੈਨੂੰ ਪਤਾ ਕਿ ਜਵਾਬ ਮਿਲਦਾ ਨਹੀਂ ਜੀ ਉਹ ਤੇ ਸਿੱਖ ਸੀ। ਮੈਂ ਕਿਹਾ ਜੀ ਸਿੱਖ ਸੀ ਤੇ ਪੰਜਾਬੀ ਨਹੀਂ ਸੀ। ਮਤਲਬ ਹੈਰਾਨ ਕੌਣ ਗੱਲ ਹੈ ਵੇ ਕਿ ਅਸੀਂ ਉਹਨੂੰ ਓਨ ਹੀ ਨਹੀਂ ਕਰਦੇ, ਅਗਰਚੇ ਉਹਨੂੰ ਲਾਹੌਰ ਦੇ ਵਿੱਚ ਫਾਂਸੀ ਹੋਈ। ਕਿਉਂ ਨਹੀਂ ਓਨ ਕਰਦੇ? ਕਿਉਂਕਿ ਸਾਡੇ ਜ਼ਹਿਨ 'ਚ ਇਹ ਗੱਲ ਆਉਂਦੀ ਕਿ ਉਹ ਸਿੱਖ ਹੈ, ਸਿੱਖ ਜਿਹੜੇ ਨੇ ਉਸ ਸਾਈਡ ਤੇ ਹੁੰਦੇ ਨੇ, ਉਹ ਪੰਜਾਬੀ ਨਹੀਂ ਹੁੰਦੇ, ਪਤਾ ਨਹੀਂ ਕੀ ਅਜੀਬੋ-ਗਰੀਬ ਕਿਸਮ ਦੀ। ਔਨ ਦ ਵਨ ਹੈਂਡ ਅਸੀਂ ਸੋਚਦੇ ਹਾਂ ਕਿ ਉਸ ਸਾਈਡ ਤੇ ਹੈਗੇ ਨੇ ਤੇ ਲਿਹਾਜ਼ਾ ਹੁੰਦਾ ਸਾਡੇ ਨਾਲ ਕੋਈ ਤਾਲੁਕ ਨਹੀਂ। ਔਨ ਦੀ ਅਦਰ ਹੈਂਡ ਅਸੀਂ ਸਮਝਦੇ ਹਾਂ ਕਿ ਉਹ ਕੋਈ ਵੱਖਰੀ ਕਿਸਮ ਦੀ ਹੁਣ ਪੰਜਾਬ ਦੀ ਆਈਡੈਂਟੀਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਕਿ ਜਿਹਦੇ ਵਿੱਚ ਅਸੀਂ ਜਿਹੜੀ ਹਜ਼ਾਰਾਂ ਸਾਲ ਦੀ ਡਿਵੈਲਪਮੈਂਟ ਹੈ ਉਹਨੂੰ ਨੇਗੇਟ ਕਰਕੇ ਅਸੀਂ ਸਮਝ ਰਹੇ ਹਾਂ ਕਿ ਅਸੀਂ ਇੱਥੇ ਕੋਈ ਹੋਰ ਆਈਡੈਂਟੀਟੀ ਬਣਾਉਣ 'ਚ ਕਾਮਯਾਬ ਹੋ ਜਾਵਾਂਗੇ।
ਇਟ ਇਜ਼ ਇੰਪੋਸੀਬਲ ਟੂ ਡੂ दैट ਹਿਸਟੋਰੀਕਲ ਐਮਨੀਜ਼ੀਆ ਬਲਕਿ ਤੁਸੀਂ ਪੈਦਾ ਕਰ ਰਹੇ ਤੇ ਹਰ ਤੁਸੀਂ ਵੇਖੋ ਗਲੀ ਹਰ ਮੁਹੱਲੇ ਦਾ ਨਾਂ ਜਿਹੜਾ ਹੈ ਉਹ ਅਗਰ ਜਿਹੜਾ ਪੁਰਾਣਾ ਨਾਂ ਹੈਗਾ ਉਹ ਤੁਸੀਂ ਟਰੇਸ ਕਰ ਸਕਦੇ ਹੋ ਪੰਜਾਬ ਦੀ ਹਿਸਟਰੀ ਦੇ ਨਾਲ ਆਪਣੇ ਇਸ ਸ਼ਹਿਰ ਦਾ ਨਾਂ ਤੁਸੀਂ ਟਰੇਸ ਕਰ ਸਕਦੇ ਹੋ ਉਹਦੀ ਹਿਸਟਰੀ ਦੇ ਨਾਲ ਤੇ ਪੰਜਾਬ ਦੀ ਮੁਸਲਿਮ ਐਲੀਟ ਦੇ ਵਿੱਚ ਪਾਰਟੀਸ਼ਨ ਤੋਂ ਬਾਅਦ ਬਲਕਿ ਪਹਿਲੇ ਤੋਂ ਹੀ ਸ਼ੁਰੂ ਹੋ ਗਿਆ ਸੀ ਇਹ ਮਾਮਲਾ ਜਿਹੜੀ ਵੰਡ ਪਈ ਹੈ ਉਹਦੇ ਨਤੀਜੇ ਦੇ ਵਿੱਚ ਬਿਲਖਸੂਸ ਪੰਜਾਬ ਦੇ ਵਿੱਚ ਇਹ ਆਪਣੀ ਆਈਡੈਂਟੀਟੀ ਨੂੰ ਛੱਡਣ ਦਾ ਇੱਕ ਫੋਬੀਆ ਪੈਦਾ ਹੋ ਗਿਆ ਜਿਹੜਾ ਕਿ ਸਿੰਧ 'ਚ ਨਹੀਂ ਜਿਹੜਾ ਬਲੋਚਿਸਤਾਨ 'ਚ ਨਹੀਂ ਜਿਹੜਾ ਖੈਬਰ ਪਖਤੂਨਖਵਾ 'ਚ ਮਗਰ ਇੱਥੇ सर क्या इंटेंशनली ऐसा पंजाब में किया गया कि पंजाब की एलीट ने कभी मजहब का सहारा लिया पहले जो दो कौमी नजरिए की असीं करते इन्होंने मजहब का सहारा लैके सानू तकसीम करने की कोशिश की जो मजहब का कार्ड हो गया फिर सानू एक नैशनलिज्म यानी कि पाकिस्तानी नैशनलिज्म का सहारा लैके ये सारा नैशनलिज्म या इस पंजाब के ऊपर ही क्यों थोपिया जाता क्या ये ਨੈਸ਼ਨਲਿਜ਼ਮ ਸਿੰਧ ਦੇ ਉੱਤੇ ਜਾਂ ਨੈਸ਼ਨਲਿਜ਼ਮ ਦੂਸਰੇ ਦੇ ਉੱਪਰ ਕਿਉਂ ਇਸ ਤਰ੍ਹਾਂ ਇੰਪਲੀਮੈਂਟ ਨਹੀਂ ਉਹਨਾਂ ਦੇ ਉੱਤੇ ਵੀ ਬੜਾ ਇੰਪਲੀਮੈਂਟ ਹੁੰਦਾ ਲੇਕਿਨ ਦੇਖੋ ਨਾ ਜਿਸ ਤਰੀਕੇ ਨਾਲ ਪੰਜਾਬ ਨੂੰ ਕਾਊਂਟਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਸਾਨੂੰ ਪੰਜਾਬੀ ਲੈਂਗੁਏਜ ਲਈ ਬੋਲਣ ਦੇ ਉੱਪਰ ਸਾਨੂੰ ਡਰਾਮਿਆਂ 'ਚ ਸਾਨੂੰ ਫਿਲਮ ਦੇ ਅੰਦਰ ਡਾਊਨਫਾਲ ਦਿਖਾਇਆ ਜਾਂਦਾ ਸਾਨੂੰ ਹੀਨੇ ਦੱਸਿਆ ਜਾਂਦਾ ਕਿ ਵੀ ਇਹ ਜਾਹਲ ਕੌਮ ਆ ਫੌਲ ਲੈਂਗੁਏਜ ਤੱਕ ਬੱਚਿਆਂ ਨੂੰ ਦੱਸੀ ਜਾਂਦੀ ਕਿ ਪੰਜਾਬੀ ਬੋਲਣ ਵਾਲੇ ਬੱਚੇ ਫੌਲ ਲੈਂਗੁਏਜ ਕਿਆ ਇਹ ਕਹਿ ਦਿੱਤਾ ਗਿਆ ਹੋਇਆ ਕਿ ਪੰਜਾਬੀ ਇੱਕ पिटे हुए और गरीब तबके की जुबान है उर्दू या इंग्लिश या दूसरी जुबान है एक एलीट क्लास की जुबान है ਇਹ ਵੀ ਪ੍ਰੋਬਲਮ ਹੈ ਮਗਰ ਇਹ ਪ੍ਰੋਬਲਮ ਸਿਰਫ ਪੰਜਾਬ ਦੇ ਵਿੱਚ ਨਹੀਂ ਨਾ ਹੈ ਤੇ ਪੂਰੇ ਪਾਕਿਸਤਾਨ ਬਲਕਿ ਇੰਡੀਆ ਦੇ ਵਿੱਚ ਵੀ ਮੌਜੂਦ ਤੁਸੀਂ ਵੇਖੋ ਕਿ ਇੰਡੀਆ ਦੇ ਵਿੱਚ ਵੀ ਜਿਹੜੀ ਐਲੀਟ ਹੈ ਔਰ ਜਿਹੜੇ ਐਲੀਟ ਸਕੂਲਸ ਨੇ ਯੂਨੀਵਰਸਿਟੀਆਂ ਨੇ ਕਾਲਜ ਨੇ ਉਹ ਅੰਗਰੇਜ਼ੀ 'ਚ ਸਾਰੀ ਹਾਇਰ ਐਜੂਕੇਸ਼ਨ ਹੁੰਦੀ ਉੱਥੇ ਵੀ ਬੰਗਲਾਦੇਸ਼ ਦੇ ਵਿੱਚ ਵੀ ਇੰਝ ਹੀ ਹੈ ਮਗਰ ਤੁਸੀਂ ਇਹ ਕਹਿ ਰਹੇ ਸੀ ਕਿ ਸਿਰਫ ਪੰਜਾਬ ਦੇ ਵਿੱਚ ਕਿਉਂ ਇਨਫੋਰਸ ਹੁੰਦਾ ਹੈ ਇਹ ਜਿਹੜੀ ਰਿਆਸਤੀ ਪਾਲਿਸੀ ਹੈ ਨਾ ਉਹ ਤੇ ਬਿਲਕੁਲ ਚਾਰਿਆਂ ਸੂਬਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਫੋਰਸ ਹੁੰਦੀ ਹੈ ਪੰਜਾਬ ਦੇ ਵਿੱਚ ਐਡੀਸ਼ਨਲ ਜਿਹੜਾ ਪ੍ਰੋਬਲਮ ਹੈ ਉਹ ਇਹ ਕਿ ਪੰਜਾਬ ਦੀ ਆਪਣੀ ਐਲੀਟ ਜਿਹੜੀ ਹੈ ਉਹ ਪੰਜਾਬ ਦੀ ਲੈਂਗੁਏਜ ਨੂੰ ਸਪੋਰਟ ਔਰ ਕਲਚਰ ਨੂੰ ਸਪੋਰਟ ਨਹੀਂ ਕਰਦੀ ਸਿੰਧ ਦੀ ਜਿਹੜੀ ਐਲੀਟ ਹੈ ਉਹ ਬਹਰਹਾਲ ਸਿੰਧੀ ਲੈਂਗੁਏਜ ਨੂੰ ਸਪੋਰਟ ਕਰਦੀ ਹੈ ਉਹ ਸਿੰਧੀ ਲੈਂਗੁਏਜ ਪੜ੍ਹਦੇ ਵੀ ਨੇ ਉਹ ਸਿੰਧੀ ਲੈਂਗੁਏਜ ਦੇ ਵਿੱਚ ਆਪਣੇ ਫੈਸਟੀਵਲਸ ਵਗੈਰਾ ਆਪਣੀ ਗੁਫ਼ਤਗੂ ਵੀ ਆਪਣੀ ਪੋਇਟਰੀ ਆਪਣੀ ਸਾਰਾ ਲਿਟਰੇਚਰ ਉਹ ਅਪਰੀਸ਼ੀਏਟ ਕਰਦੇ ਨੇ ਉਹਨੂੰ ਜ਼ਿੰਦਾ ਰੱਖਦੇ ਨੇ ਇਸੇ ਤਰ੍ਹਾਂ ਖੈਬਰ ਪਖਤੂਨਖਵਾ ਦੇ ਵਿੱਚ ਔਰ ਬਲੋਚਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਮਗਰ ਐਕਚੁਅਲੀ ਪ੍ਰੋਬਲਮ ਸਿਰਫ ਰਿਆਸਤੀ ਪਾਲਿਸੀ ਦਾ ਪੰਜਾਬ ਦੇ ਵਿੱਚ ਸਿਰਫ ਰਿਆਸਤੀ ਪਾਲਿਸੀ ਦਾ ਨਹੀਂ ਹੈਗਾ ਪੰਜਾਬ ਦੇ ਵਿੱਚ ਐਡੀਸ਼ਨਲ ਪ੍ਰੋਬਲਮ ਪੰਜਾਬ ਦੀ ਆਪਣੀ ਐਲੀਟ ਦਾ ਵੀ ਹੈਗਾ ਕਿ ਜਿਹੜੇ ਕਿ ਮਤਲਬ ਜਿਹੜੀ ਐਲੀਟ ਦਾ ਦੀ ਐਗਜ਼ੈਨੀਅਤ ਬਣ ਗਈ ਹੈ ਕਿ ਜੇ ਅਸੀਂ ਹਾਈ ਕਲਚਰ ਰਿਟੇਨ ਕਰਨਾ ਹੈ ਤੇ ਹਾਈ ਕਲਚਰ ਸਾਨੂੰ ਉਰਦੂ ਤੋਂ ਮਿਲੇਗਾ ਹਾਈ ਕਲਚਰ ਸਾਨੂੰ ਅੰਗਰੇਜ਼ੀ ਤੋਂ ਮਿਲੇਗਾ ਪੰਜਾਬ ਦਾ ਵੀ ਬੜਾ ਹਾਈ ਕਲਚਰ ਰਿਹਾ ਹੈ ਪੰਜਾਬ ਆਬਵੀਅਸ ਮਗਰ ਉਹ ਜ਼ਿਹਨ ਦੇ ਵਿੱਚ ਹੁਣ ਗੱਲ ਉਹੀ ਆ ਗਈ ਹੈ ਕਿ ਉਹ ਪਤਾ ਨਹੀਂ ਜਿਹੜਾ ਪੰਜਾਬ ਦਾ ਹਾਈ ਕਲਚਰ ਹੈ ਉਹ ਸਿੱਖ ਹੈਗਾ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਵੱਡਾ ਫੋਬੀਆ ਹੈਗਾ ਲੋਕਾਂ ਦੇ ਵਿੱਚ ਕਿਉਂਕਿ ਹੈ ਨਾ ਉਹ ਸਿੱਖ ਇੱਕ ਪੀਰੀਅਡ ਦੇ ਵਿੱਚ ਜ਼ਾਹਿਰੀ ਗੱਲ ਹੈ ਪੰਜਾਬ ਦਾ ਜਿਹੜਾ ਕਲਚਰ ਸੀ ਜਦੋਂ ਸਿੱਖੀਜ਼ਮ ਦਾ ਰਾਈਜ਼ ਹੋਇਆ ਹੈ ਤੇ ਜ਼ਾਹਿਰੀ ਗੱਲ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਕਲਚਰਲ ਫਿਨੋਮੀਨਾ ਸਿੱਖੀਜ਼ਮ ਨਾਲ ਜੁੜ ਗਿਆ ਸੀ ਕਿਉਂਕਿ ਅਸੀਂ ਮੁਸਲਮਾਨ ਹੋਣਾ ਚਾਹੁੰਦੇ ਹਾਂ ਤੇ ਫਿਰ ਇਸ ਲਈ ਅਸੀਂ ਸਮਝਦੇ ਹਾਂ ਕਿ ਜਿਹੜੀ ਸ਼ਾਇਦ ਸਿੱਖੀਜ਼ਮ ਦੇ ਨਾਲ ਜੁੜੀ ਹੋਈ ਹੈ ਉਹਨੂੰ ਰਿਜੈਕਟ ਕੀਤਾ ਜਾਏ ਇਸ ਲਈ ਅਸੀਂ ਆਪਣੀ ਪੂਰੀ ਔਰ ਹਿਸਟਰੀ ਔਰ ਲੈਂਗੁਏਜ ਨੂੰ ਵੀ ਰਿਜੈਕਟ ਕਰ ਦਿੱਤਾ ਰਣਜੀਤ ਸਿੰਘ ਨੂੰ ਇੱਥੇ ਕੌਣ ਸੈਲੀਬ੍ਰੇਟ ਕਰਦਾ ਕੋਈ ਨਹੀਂ ਕਰਦਾ ਅਗਰਚੇ ਉਹ ਪੰਜਾਬੀ ਇੱਕ ਕਿੰਗ ਹੈ ਨਾ ਠੀਕ ਹੈ ਨਾ ਮਗਰ ਅਸੀਂ ਸੈਲੀਬ੍ਰੇਟ ਨਹੀਂ ਕਰ ਸਕਦੇ ਅਗਰ ਅਸੀਂ ਸੈਲੀਬ੍ਰੇਟ ਕਰਾਂਗੇ ਤੇ ਅਸੀਂ ਸਮਾਂ ਦੀ ਅਦਰ ਸਾਡੇ ਜ਼ਿਹਨ 'ਚ ਗੱਲ ਆਵੇਗੀ ਕਿ ਤੇ ਪਾਕਿਸਤਾਨ ਦੀ ਖਿਲਾਫ ਵਰਜ਼ੀ ਹੋ ਰਹੀ ਕਿਸੇ ਸੈਂਸ 'ਚ ਅਗਰਚੇ ਰਣਜੀਤ ਸਿੰਘ ਦਾ ਪੀਰੀਅਡ ਜਿਹੜਾ ਪਾਕਿਸਤਾਨ ਦੇ ਬਣਨ ਤੋਂ ਬਹੁਤ ਪਹਿਲੇ ਦਾ ਪੀਰੀਅਡ ਹੈਗਾ ਠੀਕ ਹੈ ਨਾ ਮਗਰ ਸਾਨੂੰ ਸਮਾਂ ਮਗਰ ਇੰਡੀਆ ਦੇ ਵਿੱਚ ਰਣਜੀਤ ਸਿੰਘ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਮਤਲਬ ਅਸਰ ਇਸ ਤਰ੍ਹਾਂ ਦਾ ਹੋਇਆ ਹੈ ਕਿ ਅਸੀਂ ਆਪਣੀ ਰਿਲੀਜੀਅਸ ਆਈਡੈਂਟੀਟੀ ਔਰ ਕੌਮੀਅਤ ਵਾਲੀ ਆਈਡੈਂਟੀਟੀ ਨੂੰ ਕਨਫਿਊਜ਼ ਕਰਕੇ ਪਾਕਿਸਤਾਨੀ ਆਈਡੈਂਟੀਟੀ ਉੱਤੇ ਉਹਦੇ ਉੱਤੇ ਥੋਪ ਕੇ ਇੱਕ ਅਜੀਬੋ-ਗਰੀਬ ਜਿਸ ਕਿਸਮ ਦੀ ਖਿਚੜੀ ਬਣਾ ਲਈਏ ਔਰ ਉਹ ਸਾਡੀ ਪੰਜਾਬ ਦੇ ਵਿੱਚ ਖਿਚੜੀ ਜਿਹੜੀ ਹੈ ਉਹ ਸਿਰਫ ਰਿਆਸਤ ਦਾ ਪ੍ਰੋਬਲਮ ਨਹੀਂ ਹੈ ਉਹ ਬਲਕਿ ਸਾਡੇ ਇੰਟੈਲੈਕਚੁਅਲਸ ਦਾ ਵੀ ਪ੍ਰੋਬਲਮ ਹੈ ਸਾਡੀ ਐਲੀਟ ਦਾ ਵੀ ਪ੍ਰੋਬਲਮ ਹੈ ਜਿਹਨੂੰ ਕਿ ਤੋੜਨ ਦੀ ਲੋੜ ਹੈ ਔਰ ਜਿਹਨੂੰ ਕਰੈਕਟ ਕਰਨ ਦੀ ਲੋੜ ਹੈ डॉक्टर साहब बहुत शुक्रिया